ਜਸਟਿਨ ਟਰੂਡੋ ਖੁਦ ਲਿਖਦੇ ਨੇ ਕਿ ਕਿਵੇਂ ਸੋਫੀ ਗ੍ਰੈਗਰ ਨੇ ਜਿਹੜਾ ਇਨੀਸ਼ੀਅਲ ਫੇਜ਼ ਸੀਗਾ ਜਦੋਂ ਇਹ ਪੋਲਿਟਿਕਸ ਵੱਲ ਨੂੰ ਹਲੇ ਆ ਰਹੇ ਸੀ, ਉਸ ਵੇਲੇ ਕਿਵੇਂ ਉਹਨਾਂ ਨੇ ਇਹਨਾਂ ਦੇ ਪੋਲੀਟੀਕਲ ਕਰੀਅਰ ਨੂੰ ਸ਼ੇਪ ਦਿੱਤੀ। ਹਰ ਪਾਸੇ ਹਾਹਾਕਾਰ ਆ। ਈਵਨ ਇਮੀਗ੍ਰੇਸ਼ਨ ਸਿਸਟਮ ਜਿਹੜਾ ਹੈਗਾ, ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਬਹੁਤ ਸਾਰੇ ਕੁਐਸਚਨਸ ਹੈਗੇ ਆ ਜਿਨ੍ਹਾਂ ਦੇ ਜਵਾਬ ਸਰਕਾਰ ਜਾਂ ਦੇ ਨਹੀਂ ਰਹੀ ਜਾਂ ਦੇਣ 'ਚ ਅਸਮਰੱਥ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਹਨਾਂ ਦੀ ਵਾਈਫ ਸੋਫੀ ਗ੍ਰੈਗਰ ਟਰੂਡੋ, ਇਹਨਾਂ ਨੇ ਕੱਲ੍ਹ ਆਪਣੀ ਸੈਪਰੇਸ਼ਨ ਅਨਾਉਂਸ ਕਰ ਦਿੱਤੀ ਹੈ। ਹੁਣ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ, ਪਹਿਲਾਂ ਤਾਂ ਇਹ ਕਿ ਕੀ ਇਹਨਾਂ ਦੀ ਪ੍ਰਾਈਵੇਟ ਲਾਈਫ ਪਬਲਿਕ ਹੋਣੀ ਚਾਹੀਦੀ ਹੈ, ਅਤੇ ਜੇ ਹੋਣੀ ਚਾਹੀਦੀ ਹੈ ਤਾਂ ਉਹਦੀ ਕਿੰਨੀ ਕੁ ਨੁਕਤਾਚੀਨੀ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਇੱਕ ਗੱਲ 'ਤੇ ਤਾਂ ਅਸੀਂ ਸਾਰੇ ਸਹਿਮਤ ਹੋ ਸਕਦੇ ਹਾਂ ਕਿ ਜਦੋਂ ਤੁਸੀਂ ਇੱਕ ਪਬਲਿਕ ਫਿਗਰ ਹੋ ਤਾਂ ਤੁਹਾਡੀ ਪ੍ਰਾਈਵੇਟ ਲਾਈਫ ਨਹੀਂ ਹੈ। ਇਸੇ ਕਰਕੇ ਉਹਨਾਂ ਨੇ ਵੀ ਤਾਂ ਇੱਕ ਪਬਲਿਕ ਪਲੈਟਫਾਰਮ 'ਤੇ ਆ ਸੈਪਰੇਸ਼ਨ ਅਨਾਉਂਸ ਕੀਤੀ ਹੈ। ਪਰ ਫਿਰ ਕੀ ਇਹਦਾ ਅਸਰ ਜਾਂ ਇਹਦਾ ਜੋ ਵੀ ਅਸਰ ਹੋਏਗਾ ਉਹਦੀ ਡਿਸਕਸ਼ਨ ਸਿਰਫ ਪਬਲਿਕ ਲਾਈਫ ਦੇ ਆਲੇ ਦੁਆਲੇ ਨਹੀਂ ਹੋਣੀ ਚਾਹੀਦੀ? ਕਿਉਂ ਅਸੀਂ ਉਹਨਾਂ ਦੀ ਪ੍ਰਾਈਵੇਟ ਲਾਈਫ ਵਿੱਚ ਵੜ ਰਹੇ ਹਾਂ? ਕਿਉਂ ਅਸੀਂ ਸੋਸ਼ਲ ਮੀਡੀਆ 'ਤੇ ਇਹੋ ਜਿਹੀਆਂ ਗੱਲਾਂ ਲਿਖ ਰਹੇ ਹਾਂ ਕਿ ਇਹਨੂੰ ਤਾਂ ਕੋਈ ਵੀ ਪਸੰਦ ਨਹੀਂ ਕਰਦਾ, ਹੁਣ ਤਾਂ ਉਹ ਵੀ ਨਹੀਂ ਕਰਦੀ? ਇਹੋ ਜਿਹੀਆਂ ਗੱਲਾਂ ਤੋਂ ਬਚਣ ਦੀ ਜ਼ਰੂਰਤ ਹੈ। ਇਹਨਾਂ ਚੀਜ਼ਾਂ 'ਚ ਸਵਾਦ ਲੈਣ ਵਾਲਿਆਂ ਤੋਂ ਬਚਣ ਦੀ ਲੋੜ ਹੈ ਅਤੇ ਅਸੀਂ ਉਹਨਾਂ ਚੀਜ਼ਾਂ 'ਚ ਨਾ ਘਿਰੀਏ, ਅਸੀਂ ਐਕਸਾਈਟਿਡ ਨਾ ਹੋਈਏ, ਮੀਡੀਆ ਉਹਨੂੰ ਸੈਂਸੇਸ਼ਨਲਾਈਜ਼ ਨਾ ਕਰੇ। ਇਹ ਬੜੀ ਜ਼ਰੂਰੀ ਚੀਜ਼ ਹੈ। ਪਰ ਹਾਂ, ਉਹ ਪ੍ਰਧਾਨ ਮੰਤਰੀ ਨੇ ਇੱਕ ਦੇਸ਼ ਦੇ, ਉਹਨਾਂ ਦੀ ਪਬਲਿਕ ਲਾਈਫ ਜਾਂ ਪਬਲਿਕ ਡੀਲਿੰਗ ਕਿਸ ਤਰ੍ਹਾਂ ਇਫੈਕਟ ਹੋਏਗੀ, ਇਹਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿ ਉਹਦੇ ਨਾਲ ਅਸੀਂ ਸਾਰੇ ਦੇਸ਼ ਵਾਸੀ ਜੁੜੇ ਹੋਏ ਹਾਂ। ਜਤਿੰਦਰ ਸਿੰਘ ਤਤਗੀਰ ਜੀ ਮੇਰੇ ਨਾਲ ਨੇ। ਜਤਿੰਦਰ ਜੀ, ਇਸ ਗੱਲ ਤੋਂ ਆਪਾਂ ਪਰਹੇਜ਼ ਕਰੀਏ, ਪ੍ਰਾਈਵੇਟ ਲਾਈਫ ਉਹਨਾਂ ਦੇ ਕੀ ਕੁਛ ਹੁੰਦਾ, ਸਾਡੇ ਲਈ ਜੋ ਇੰਪੋਰਟੈਂਟ ਹੈ ਕਿ ਐਜ਼ ਅ ਪੋਲੀਟੀਸ਼ੀਅਨ, ਐਜ਼ ਅ ਪ੍ਰਾਈਮ ਮਿਨਿਸਟਰ, ਕਿ ਉਹਨਾਂ ਦੇ ਐਜ਼ ਅ ਪੋਲੀਟੀਸ਼ੀਅਨ ਫਰਕ ਪਏਗਾ, ਕਿ ਉਹਦੇ ਨਾਲ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਦੇਸ਼ ਤੇ ਸਾਡੇ ਤੇ ਫਰਕ ਪਏਗਾ, ਉਹ ਸਾਰੀ ਗੱਲਬਾਤ ਕਰਦੇ ਹਾਂ। ਪਰ ਸ਼ੁਰੂਆਤ ਮੈਂ ਇਸ ਚੀਜ਼ ਤੋਂ ਕਰਨਾ ਚਾਹੁੰਦਾ, ਪਹਿਲਾਂ ਸਾਨੂੰ ਥੋੜ੍ਹਾ ਜਿਹਾ ਇਸ ਗੱਲ 'ਤੇ ਚਾਨਣਾ ਪਾਇਓ, ਕਿਉਂਕਿ ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਦਾ ਆਫਿਸ ਦੇ ਵਿੱਚ ਐਵੇਂ ਸੈਪਰੇਸ਼ਨ ਹੋਇਆ। ਜੀ ਸ਼ਰਤ ਜੀ, ਆਪਾਂ ਆਪਣੀ ਗੱਲਬਾਤ ਨੂੰ ਅੱਗੇ ਵਧਾਈਏ। ਸਭ ਤੋਂ ਪਹਿਲਾਂ ਤਾਂ ਮੈਂ ਇੱਥੋਂ ਸ਼ੁਰੂ ਕਰਨਾ ਚਾਹੂੰਗਾ ਕਿਉਂਕਿ ਆਪਾਂ ਵੀ ਦੇਖੋ ਪਰਿਵਾਰ ਵਾਲੇ ਹਾਂ। ਜਦੋਂ ਵੀ ਕਿਸੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਰਤਾਰਾ ਵਾਪਰਦਾ, ਉਹਨੂੰ ਕਿਸੇ ਵੀ ਤਰੀਕੇ ਨਾਲ ਇੱਕ ਜਿਹੜਾ ਸੈਂਸਿਟਿਵ ਇਨਸਾਨ ਹੈ, ਇੱਕ ਜਿਹੜਾ ਜੇ ਆਪਾਂ ਗੱਲ ਕਹੀਏ ਕਿ ਜਿਸ ਤਰ੍ਹਾਂ ਆਪਣੀਆਂ ਮਨੁੱਖੀ ਕਦਰਾਂ ਕੀਮਤਾਂ ਹੋਣੀਆਂ ਚਾਹੀਦੀਆਂ, ਉਹਨਾਂ ਦੀ ਅਸੀਂ ਕਦਰ ਕਰਦੇ ਹਾਂ, ਤਾਂ ਉਹਦੇ 'ਚੋਂ ਸਵਾਦ ਲੈਣ ਵਾਲੀ ਗੱਲ ਤਾਂ ਕਦੇ ਵੀ ਨਹੀਂ ਹੋਊਗੀ। ਮੈਨੂੰ ਜਦੋਂ ਪਹਿਲੀ ਵਾਰ ਇਹ ਖਬਰ ਪਤਾ ਲੱਗੀ, ਮੈਨੂੰ ਜਿਹਨੇ ਦੱਸੀ ਸੀ ਬੜਾ ਸਵਾਦ ਲੈ ਕੇ ਦੱਸੀ ਸੀ, ਪਰ ਜੇ ਸੱਚ ਪੁੱਛੋ ਤਾਂ ਮੈਨੂੰ ਅੰਦਰੋਂ ਇੱਕ ਝਟਕਾ ਜਿਹਾ ਜ਼ਰੂਰ ਲੱਗਿਆ ਸੀ, ਕਿਉਂਕਿ ਮੈਂ ਉਹਨੂੰ ਪਹਿਲਾਂ ਇੱਕ ਐਜ਼ ਏ ਫਾਦਰ, ਐਜ਼ ਏ ਹਸਬੈਂਡ ਜਾਂ ਉਹਦੀ ਪਤਨੀ ਨੂੰ ਉਸ ਫਿਗਰ ਤੋਂ ਖੜ੍ਹ ਕੇ ਦੇਖਿਆ ਵੀ ਉਹਨਾਂ ਦੇ ਬੱਚਿਆਂ 'ਤੇ, ਉਹਨਾਂ ਦੇ ਪਰਿਵਾਰ 'ਤੇ ਇਸ ਵੇਲੇ ਕੀ ਬੀਤ ਰਹੀ ਹੋਊਗੀ। ਹੁਣ ਬਹੁਤ ਸਾਰੇ ਲੋਕ ਇਹਦੇ ਵਿੱਚ ਸਵਾਦ ਲੈ ਰਹੇ ਆ, ਮੀਮ ਬਣ ਰਹੇ ਆ, ਜਿਹੜਾ ਕਿ ਇੱਕ ਮੰਦਭਾਗਾ ਵਰਤਾਰਾ ਹੈ। ਪਰ ਹਾਂ, ਇਸ ਗੱਲ ਤੋਂ ਵੀ ਮਨਾ ਨਹੀਂ ਕੀਤਾ ਜਾ ਸਕਦਾ, ਜਨਤਕ ਲੋਕ ਨੇ, ਉਹਨਾਂ ਦੀ ਜ਼ਿੰਦਗੀ ਪੂਰੀ ਹੀ ਜਨਤਕ ਹੋ ਜਾਂਦੀ ਹੈ, ਚਾਹੇ ਉਹ ਐਕਟਰ ਹੋਣ, ਚਾਹੇ ਉਹ ਕੋਈ ਪੋਲੀਟੀਸ਼ੀਅਨਸ ਹੋਣ, ਚਾਹੇ ਅੱਜ ਕੱਲ੍ਹ ਜਿਹੜੇ ਇਨਫਲੂਐਂਸਰ ਆ ਉਹ ਹੋਣ। ਉਹਨਾਂ ਦੀ ਜ਼ਿੰਦਗੀ ਨਾ ਚਾਹੁੰਦੇ ਹੋਏ ਵੀ ਨਿੱਜੀ ਜ਼ਿੰਦਗੀ ਵੀ ਜਿਹੜੀ ਹੈ ਉਹ ਪਬਲਿਕ ਹੋ ਜਾਂਦੀ ਹੈ ਅਤੇ ਉਹਦੇ ਉੱਤੇ ਗੱਲਬਾਤ ਹੁੰਦੀ ਹੈ। ਹੁਣ ਜਿਵੇਂ ਤੁਸੀਂ ਗੱਲ ਕਹੀ, ਉਹ ਬਿਲਕੁਲ ਸਹੀ ਹੈ ਕਿ ਇਹ ਆਪਣੇ ਦੇਸ਼ ਦੇ ਪਾਇਲਟ ਨੇ, ਇਹ ਦੇਸ਼ ਨੂੰ ਚਲਾ ਰਹੇ ਨੇ ਅਤੇ ਇੱਕ ਬਹੁਤ ਵੱਡੇ ਦੇਸ਼ ਨੂੰ ਚਲਾ ਰਹੇ ਨੇ। ਅਤੇ ਜਦੋਂ ਆਪਾਂ ਵੀ ਇਸ ਗੱਲ ਨੂੰ ਸਮਝਦੇ ਹਾਂ, ਆਪਾਂ ਆਫਿਸ ਆਉਂਦੇ ਹਾਂ, ਜੇ ਆਪਣੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ, ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਚੱਲ ਰਹੀ ਹੋਵੇ ਤਾਂ ਬਿਲਕੁਲ ਆਪਣੀ ਕਾਰਗੁਜ਼ਾਰੀ ਦੇ ਉੱਤੇ ਉਹਦਾ ਅਸਰ ਪੈਂਦਾ ਹੈ। ਅਤੇ ਪਿਛਲੇ ਦਿਨਾਂ ਦੇ ਵਿੱਚ ਜੋ ਟਰੂਡੋ ਸਾਹਿਬ ਦੀ ਗਵਰਨਮੈਂਟ ਦੀ ਕਾਰਗੁਜ਼ਾਰੀ ਹੈ ਕੈਨੇਡਾ ਨੂੰ ਲੈ ਕੇ, ਆਪਾਂ ਸਾਰੇ ਜਾਣਦੇ ਹਾਂ, ਹਰ ਇੱਕ ਪਲੇਟਫਾਰਮ ਦੇ ਉੱਤੇ ਵੱਡੀ ਆਲੋਚਨਾ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ। ਲੋਕਾਂ ਨੇ ਇੱਥੋਂ ਤੱਕ ਕਿ ਜੋ ਪਿਛਲੇ ਦਿਨੀ ਉਹਨਾਂ ਨੇ ਹਾਊਸਿੰਗ ਨੂੰ ਲੈ ਕੇ ਇੱਕ ਬਿਆਨ ਦਿੱਤਾ, ਪੀਅਰ ਪੋਲੀਅਵ ਸਾਹਿਬ ਦੀ, ਜਿਹੜਾ ਉਹਨਾਂ ਨੇ ਫਿਰ ਉਦੋਂ ਬਾਅਦ ਉਹਨੂੰ ਗੱਲ ਨੂੰ ਫਿਰ ਉਹਨਾਂ ਨੇ ਹਾਈਲਾਈਟ ਵੀ ਕੀਤਾ। ਲੋਕ ਤਾਂ ਉੱਥੋਂ ਤੱਕ ਵੀ ਉਹਨੂੰ ਕਹਿ ਰਹੇ ਆ ਵੀ ਇਸ ਤਰ੍ਹਾਂ ਦੇ ਬਿਆਨ ਦੇਣੇ, ਜਦ ਕਿ ਟਰੂਡੋ ਸਾਹਿਬ ਇੱਕ ਬੜੇ ਕੂਲ ਮਾਈਂਡ ਵਾਲੇ ਬੰਦੇ ਮੰਨੇ ਜਾਂਦੇ ਆ, ਪੋਲੀਟਿਕਸ ਦੇ ਵਿੱਚ ਉਹ ਬਹੁਤ ਜਲਦੀ ਆਪਣਾ ਟੈਂਪਰ ਨਹੀਂ ਖੋਂਦੇ, ਪਰ ਜੋ ਉਹਨਾਂ ਨੇ ਹੁਣ ਬਿਆਨ ਦਿੱਤਾ ਉਹਨੂੰ ਬਹੁਤ ਹੀ ਇਨਸੈਂਸਿਟਿਵ ਅਤੇ ਇਸ ਕੱਦ ਦੇ ਨੇਤਾ ਤੋਂ ਜਿਹਨੂੰ ਐਕਸਪੈਕਟ ਨਹੀਂ ਕਰਦੇ ਉਸ ਤਰ੍ਹਾਂ ਦਾ ਬਿਆਨ ਮੰਨਿਆ ਜਾ ਰਿਹਾ। ਅਤੇ ਉਹਦੇ ਵਿੱਚ ਲੋਕ ਕਹਿ ਰਹੇ ਆ ਕਿ ਜਿਹੜੀਆਂ ਇਹ ਘਰ ਦੇ ਵਿੱਚ ਚੱਲਦੀਆਂ ਹੋਈਆਂ ਪਰੇਸ਼ਾਨੀਆਂ ਹੋਣਗੀਆਂ, ਹੋ ਸਕਦਾ ਉਹਨਾਂ ਦਾ ਹੱਥ ਹੋਵੇ। ਪਿਛਲੇ ਦਿਨਾਂ ਦੇ ਵਿੱਚ, ਜੋ ਪਿਛਲੇ ਸਮੇਂ ਦੇ ਵਿੱਚ ਜਾਂ ਪਿਛਲੇ ਸਾਲਾਂ ਦੇ ਵਿੱਚ ਕੈਨੇਡਾ ਦੀ ਜੋ ਹਾਲਤ ਹੋਈ ਹੈ, ਉਹਨੂੰ ਵੀ ਲੋਕ ਇਸ ਚੀਜ਼ ਨਾਲ ਜੋੜ ਰਹੇ ਆ। ਸੋ ਜਿਵੇਂ ਤੁਸੀਂ ਗੱਲ ਕੀਤੀ ਕਿ ਇਹ ਪਹਿਲੇ ਨਹੀਂ ਆ, ਬਿਲਕੁਲ ਇਹ ਪਹਿਲੇ ਨਹੀਂ ਆ, ਇਹ ਦੂਸਰੇ ਪ੍ਰਧਾਨ ਮੰਤਰੀ ਨੇ ਜਿਹੜੇ ਇਨ ਆਫਿਸ ਨੇ ਜਦੋਂ ਉਹਨਾਂ ਦੀ ਸੈਪਰੇਸ਼ਨ ਹੋਈ ਹੈ। ਅਤੇ ਜਿਹੜੇ ਪਹਿਲੇ ਸੀਗੇ ਉਹ ਇਹਨਾਂ ਦੇ ਫਾਦਰ ਸਾਹਿਬ ਸੀ, ਪੀਅਰ ਐਲੀਅਟ ਟਰੂਡੋ। 1977 ਦੇ ਵਿੱਚ ਉਹਨਾਂ ਦੀ ਮਾਰਗਰੇਟ ਟਰੂਡੋ ਦੇ ਨਾਲ ਸੈਪਰੇਸ਼ਨ ਹੋਈ ਸੀਗੀ ਅਤੇ ਉਸ ਵੇਲੇ 1979 ਦੀਆਂ ਇਲੈਕਸ਼ਨਸ ਡਿਊ ਸੀਗੀਆਂ। 1979 ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਈਆਂ, ਪ੍ਰੋਗਰੈਸਿਵ ਕੰਜ਼ਰਵੇਟਿਵ ਦੇ ਜਿਹੜੇ ਇਹਨਾਂ ਤੋਂ ਉਮਰ ਦੇ ਵਿੱਚ ਕਾਫੀ ਯੰਗ ਸੀਗੇ, ਉਹ ਜਿੱਤੇ ਸੀ ਜੋ ਕਲਾਰਕ। ਸੋ ਜਿਹੜੇ ਐਨਾਲਿਸਟ ਹੈਗੇ ਆ, ਜਿਹੜੇ ਮਾਹਰ ਹੈਗੇ ਆ, ਉਹਨਾਂ ਦਾ ਮੰਨਣਾ ਹੈ ਕਿ ਇਹਨਾਂ ਚੀਜ਼ਾਂ ਦਾ ਅਸਰ ਪੋਲੀਟੀਕਲ ਕਰੀਅਰ ਦੇ ਉੱਤੇ, ਪੋਲੀਟੀਕਲ ਲਾਈਫ ਦੇ ਉੱਤੇ ਪੈਂਦਾ ਜ਼ਰੂਰ ਹੈ। ਇੱਕ ਤੁਸੀਂ ਮੇਰੇ ਨਾਲ ਹੋਰ ਗੱਲ ਕਰ ਰਹੇ ਸੀਗੇ ਕਿ
ਇਹ ਆਪਾਂ ਕਹਿ ਸਕਦੇ ਹਾਂ ਕਿ ਉਹ ਤਾਂ ਇਕੱਲਾ ਪ੍ਰਾਈਮ ਮਿਨਿਸਟਰ ਹੈ ਨਾ, ਲੇਕਿਨ ਜਦੋਂ ਇਹ ਕੈਂਪੇਨ ਤੇ ਆਉਂਦੇ ਨੇ ਉਦੋਂ ਇਹ ਪ੍ਰੋਜੈਕਟ ਕਰਦੇ ਨੇ ਆਪਣੇ ਆਪ ਨੂੰ ਵੀ ਅਸੀਂ ਫੈਮਿਲੀ ਪਰਸਨ ਆ, ਸੋ ਉਹਦਾ ਵੀ ਵੋਟਰ ਦੇ ਦਿਮਾਗ ਤੇ ਤਾਂ ਫਰਕ ਪਊਗਾ। ਹੁਣ ਇਸੇ ਕਰਕੇ ਇਸ ਗੱਲ ਦੇ ਉੱਤੇ ਡਿਸਕਸ਼ਨ ਹੋਣੀ ਵੀ, ਆਪਾਂ ਸਵਾਦ ਨਹੀਂ ਲੈਣਾ ਚਾਹੀਦਾ, ਕਿਸੇ ਨੂੰ ਵੀ ਸਵਾਦ ਨਹੀਂ ਲੈਣਾ ਚਾਹੀਦਾ, ਪਰ ਹਾਂ ਇਸ ਚੀਜ਼ ਦਾ ਉਹਨਾਂ ਦੇ ਪੋਲੀਟੀਕਲ ਕਰੀਅਰ ਦੇ ਉੱਤੇ, ਦੇਸ਼ ਦੀ ਪੋਲੀਟੀਕਲ ਤਸਵੀਰ ਦੇ ਉੱਤੇ ਉਹਦਾ ਕੀ ਅਸਰ ਪੈਣਾ, ਇਹਦੇ ਤੇ ਗੱਲ ਜ਼ਰੂਰ ਹੋਊਗੀ। ਉਹ ਇਸ ਕਰਕੇ ਹੋਊਗੀ, ਤੁਸੀਂ ਇਹਨਾਂ ਦੇ ਕੈਂਪੇਨ ਦੀਆਂ, ਮੈਂ ਟਰੂਡੋ ਸਾਹਿਬ ਦੀ ਗੱਲ ਨਹੀਂ ਇਕੱਲਿਆਂ ਦੀ ਕਰਦਾ, ਤੁਸੀਂ ਕਿਸੇ ਵੀ ਰਾਜਨੇਤਾ ਨੂੰ ਲੈ ਲਓ, ਖਾਸ ਕਰ ਇਹਨਾਂ ਪੱਛਮੀ ਦੇਸ਼ਾਂ ਦੇ ਵਿੱਚ। ਹਲੇ ਆਪਣੇ ਬੈਕ ਹੋਮ ਆਪਾਂ ਭਾਰਤ ਦੀ ਗੱਲ ਕਰ ਲਈਏ, ਉੱਥੇ ਇਹ ਚੀਜ਼ ਘੱਟ ਹੈ, ਪਰ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਦੇਖੋਗੇ ਕਾਉਂਸਲਰ ਦੀ ਇਲੈਕਸ਼ਨ ਤੋਂ ਲੈ ਕੇ ਪ੍ਰਧਾਨ ਮੰਤਰੀ ਦੀ ਇਲੈਕਸ਼ਨ ਤੱਕ ਪੂਰਾ ਪਰਿਵਾਰ ਸਟੇਜ ਦੇ ਉੱਤੇ ਨਾਲ ਹੁੰਦਾ। ਟਰੂਡੋ ਸਾਹਿਬ ਦੀਆਂ ਜੇ ਤੁਸੀਂ ਕੈਂਪੇਨ ਵੇਲੇ ਦੀਆਂ ਫੋਟੋ ਦੇਖੋਗੇ ਤਾਂ ਇਹਨਾਂ ਨੇ ਇੱਕ ਬੱਚੇ ਨੂੰ ਗੋਦੀ ਕੁੱਛੜ ਚੱਕਿਆ ਹੋਇਆ, ਜਿਵੇਂ ਪਿੰਡਾਂ ਦੇ ਵਿੱਚ ਬੱਚੇ ਨੂੰ ਚੱਕਿਆ ਜਾਂਦਾ। ਸੋ ਉੱਥੇ ਤੁਸੀਂ ਪੋਰਟਰੇਟ ਕਰਦੇ ਹੋ ਵੀ ਅਸੀਂ ਇੱਕ ਪ੍ਰੋਪਰ ਫੈਮਿਲੀ ਮੈਨ, ਇੱਕ ਆਮ ਬੰਦਾ, ਇੱਕ ਆਮ ਇਨਸਾਨ ਜਿੱਦਾਂ ਦਾ ਹੁੰਦਾ, ਮੈਂ ਉਸ ਤਰ੍ਹਾਂ ਦਾ। ਉਹ ਇਸ ਕਰਕੇ ਪੋਰਟਰੇਟ ਕੀਤਾ ਜਾਂਦਾ ਤਾਂ ਕਿ ਆਮ ਲੋਕਾਂ ਨੂੰ ਇਹ ਲੱਗੇ ਕਿ ਇਹ ਬੰਦਾ ਜਿਹੜਾ ਸਾਡੇ ਘਰ ਦੀ, ਸਾਡੀ ਰਸੋਈ ਤੱਕ ਦੀ, ਸਾਡੇ ਡਰਾਇੰਗ ਰੂਮ ਤੱਕ ਦੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਨੂੰ ਖੁਦ ਹੰਢਾ ਰਿਹਾ ਹੋਊਗਾ, ਉਹਨਾਂ ਨੂੰ ਸਮਝ ਸਕਦਾ। ਪਰ ਜਦੋਂ ਤੁਸੀਂ ਉਸ ਫਿਗਰ 'ਚੋਂ ਬਾਹਰ ਨਿਕਲ ਜਾਂਦੇ ਹੋ, ਤੁਸੀਂ ਇਲੈਕਸ਼ਨ ਵੇਲੇ ਉਹ ਫਿਗਰ ਹੈਗੀ ਆ, ਤਾਂ ਜਦੋਂ ਦੂਜੀ ਇਲੈਕਸ਼ਨ ਵੇਲੇ ਤੁਹਾਡੀ ਉਹ ਫਿਗਰ ਨਹੀਂ ਹੋਊਗੀ ਤਾਂ ਬਿਲਕੁਲ ਇਹਨਾਂ ਚੀਜ਼ਾਂ ਦਾ ਅਸਰ ਪਏਗਾ। ਅੱਛਾ, ਦੂਜਾ ਇੱਕ ਹੋਰ ਇਹਦਾ ਪਾਸਾ ਹੈ ਕਿ ਐਜ਼ ਅ ਪਰਸਨ ਜੋ ਇਹਨਾਂ ਦੀ ਵਾਈਫ ਇਹਨਾਂ ਦੇ ਪੋਲੀਟੀਕਲ ਕਰੀਅਰ 'ਚ ਲੈ ਕੇ ਆਈ, ਉਹਦੀ ਕਿੰਨੀ ਕੰਟਰੀਬਿਊਸ਼ਨ ਸੀ, ਕਿਉਂਕਿ ਉਹ ਆਪ ਇੱਕ ਮੀਡੀਆ ਪਰਸਨੈਲਿਟੀ ਰਹੀ ਹੈ। ਸੋ ਉਹਨੂੰ ਪਬਲਿਕ ਫਿਗਰ ਕਿਵੇਂ ਹੋਣਾ ਚਾਹੀਦਾ, ਕਿਵੇਂ ਉੱਭਰਨਾ ਚਾਹੀਦਾ, ਕਿਵੇਂ ਪ੍ਰੋਜੈਕਟ ਹੋਣਾ ਚਾਹੀਦਾ, ਉਹ ਸਾਰੇ ਕੁਝ ਦੀ ਬੜੀ ਨੌਲੇਜ ਹੋਊਗੀ, ਉਹਨੇ ਪਹਿਲਾਂ ਦਿਖਾਇਆ ਵੀ ਹੈ। ਸੋਫੀ ਗ੍ਰੈਗਰ ਖੁਦ ਇੱਕ ਟੀਵੀ ਤੇ ਰੇਡੀਓ ਐਂਕਰ ਰਹੇ ਨੇ ਤੇ ਬਹੁਤ ਹੀ ਸੁਲਝੀ ਹੋਈ ਮਹਿਲਾ ਨੇ ਉਹ। 2014 ਦੇ ਵਿੱਚ ਜਸਟਿਨ ਟਰੂਡੋ ਦੀ ਇੱਕ ਬੁੱਕ ਹੈ, ਜੇ ਤੁਹਾਨੂੰ ਮੌਕਾ ਲੱਗੇ ਤਾਂ ਜ਼ਰੂਰ ਪੜ੍ਹਿਓ, ਕਾਮਨ ਗਰਾਊਂਡ। ਕਾਮਨ ਗਰਾਊਂਡ ਦੇ ਵਿੱਚ ਜਸਟਿਨ ਟਰੂਡੋ ਖੁਦ ਲਿਖਦੇ ਨੇ ਕਿ ਕਿਵੇਂ ਸੋਫੀ ਗ੍ਰੈਗਰ ਨੇ, ਜਿਹੜਾ ਇਨੀਸ਼ੀਅਲ ਫੇਜ਼ ਸੀਗਾ ਜਦੋਂ ਇਹ ਪੋਲੀਟਿਕਸ ਵੱਲ ਨੂੰ ਹਲੇ ਆ ਰਹੇ ਸੀ, ਉਸ ਵੇਲੇ ਕਿਵੇਂ ਉਹਨਾਂ ਨੇ ਇਹਨਾਂ ਦੇ ਪੋਲੀਟੀਕਲ ਕਰੀਅਰ ਨੂੰ ਸ਼ੇਪ ਦਿੱਤੀ, ਕਿਸ ਤਰੀਕੇ ਨਾਲ ਇਹਨਾਂ ਨੇ ਇਹਨਾਂ ਨੂੰ ਗਾਈਡ ਕੀਤਾ, ਕਿਵੇਂ ਉਹ ਸਾਰਾ ਵਰਤਾਰਾ ਹੋਇਆ, ਕੀ ਉਹਨਾਂ ਦੀ ਇੰਪੋਰਟੈਂਸ ਸੀਗੀ, ਇਹ ਪੂਰਾ ਉਸ ਬੁੱਕ ਦੇ ਵਿੱਚ ਉਹਨਾਂ ਨੇ ਖੁਦ ਵਰਣਨ ਕੀਤਾ। ਤੇ ਜੇ ਹੁਣ ਉਸ ਫਿਗਰ ਨੂੰ ਆਪਾਂ ਉੱਥੋਂ ਮਾਈਨਸ ਕਰ ਦਿਆਂਗੇ, ਤੁਸੀਂ ਬਰਾਕ ਓਬਾਮਾ ਦੀ ਐਗਜ਼ਾਮਪਲ ਲਓ। ਬਰਾਕ ਓਬਾਮਾ ਆਪਦੇ ਸਾਰੇ ਥਾਵਾਂ ਦੇ ਉੱਤੇ ਇਸ ਚੀਜ਼ ਦਾ ਜ਼ਿਕਰ ਕਰਦੇ ਆ ਕਿ ਮਿਸ਼ੇਲ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਜੇ ਮਾਈਨਸ ਕਰ ਦਿੱਤਾ ਜਾਵੇ, ਉਹ ਕਦੇ ਵੀ ਰਾਸ਼ਟਰਪਤੀ ਨਾ ਬਣ ਸਕਦੇ। ਤੇ ਦੁਨੀਆ ਮੰਨਦੀ ਹੈ ਇਸ ਗੱਲ ਨੂੰ ਕਿ ਜੋ ਮਿਸ਼ੇਲ ਓਬਾਮਾ ਦਾ ਜਿਹੜਾ ਇੱਕ ਔਰਾ ਹੈ, ਜੋ ਉਹਨਾਂ ਦੇ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਹੈ, ਜਿਸ ਤਰੀਕੇ ਨਾਲ ਲੋਕਾਂ ਨੂੰ ਉਹਨਾਂ ਨੇ ਕੈਂਪੇਨ ਦੇ ਰਾਹੀਂ ਮੋਬਿਲਾਈਜ਼ ਕੀਤਾ, ਬਰਾਕ ਓਬਾਮਾ ਇਕੱਲੇ ਕਦੇ ਵੀ ਨਹੀਂ ਸੀ ਕਰ ਸਕਦੇ। ਆਪਾਂ ਉਸ ਤੋਂ ਬਾਅਦ ਦੇ ਰਾਸ਼ਟਰਪਤੀਆਂ ਦਾ ਦੇਖਿਆ ਹੈਗਾ ਕਿ ਉਹ ਕਦ ਨਹੀਂ ਬਣ ਸਕਿਆ ਜੋ ਬਰਾਕ ਓਬਾਮਾ ਦਾ ਸੀਗਾ। ਉਹਦੇ ਵਿੱਚ ਮਿਸ਼ੇਲ ਦਾ ਜਿਹੜਾ ਸਪੋਰਟ ਸੀਗੀ, ਜਿਹੜੇ ਉਹਦੇ ਫੈਮਿਲੀ ਸਪੋਰਟ ਸੀਗੀ, ਉਹ ਬਹੁਤ ਮਜ਼ਬੂਤ ਸੀਗੀ। ਇਹ ਚੀਜ਼ ਇੱਥੇ ਵੀ ਕੰਮ ਕਰਦੀ ਹੈ। ਟਰੂਡੋ ਸਾਹਿਬ ਦੇ ਨਾਲ ਜਦੋਂ ਉਹਨਾਂ ਦੀ ਫੈਮਿਲੀ ਸਪੋਰਟ ਸੀਗੀ, ਉਹਦੇ ਅਸਰ ਜਿਹੜੇ ਆਪਾਂ ਸਾਰਿਆਂ ਨੇ ਵੇਖੇ ਆ, ਪਰ ਹੁਣ ਜਦੋਂ ਉਹ ਸਪੋਰਟ ਨਹੀਂ ਹੋਊਗੀ, ਇਹਦੇ ਅਸਰ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਦੇਖਣ ਨੂੰ ਮਿਲਣਗੇ। ਤੇ ਜਤਿੰਦਰ ਜੀ, ਫਾਈਨਲੀ ਹੁਣ ਕਿਉਂਕਿ ਇਲੈਕਸ਼ਨ ਥੋੜ੍ਹੀ ਦੂਰ ਹੈ, ਬਹੁਤ ਨੇੜੇ ਤਾਂ ਨਹੀਂ ਹੈ, ਉੱਧਰੋਂ ਪ੍ਰੋਬਲਮਸ ਦੇਸ਼ ਵਿੱਚ ਸਾਨੂੰ ਪਤਾ ਹੈ, ਮਹਿੰਗਾਈ, ਹਾਊਸਿੰਗ, ਬੜਾ ਕੁਛ ਹੈ। ਓਪੋਜੀਸ਼ਨ ਜ਼ੋਰ ਲਾ ਰਹੀ ਹੈ ਆਪਣੇ ਵੱਲੋਂ, ਸਕਸੈਸਫੁਲ ਹੁੰਦੀ ਹੈ ਨਹੀਂ ਅਲੱਗ ਗੱਲ ਹੈ। ਪੀਅਰ ਪੋਲੀਅਵ ਆਲਮੋਸਟ ਹਰ ਰੋਜ਼ ਹਰ ਮੁੱਦੇ ਤੇ ਹੈ ਨਾ ਇਹਨਾਂ ਨੂੰ ਤਿੱਖਾ ਪ੍ਰਹਾਰ ਕਰ ਰਹੇ ਨੇ। NDP ਨਾਲ ਬਾਰ-ਬਾਰ ਗੱਲ ਹੁੰਦੀ ਹੈ ਕਿ ਕਿਤੇ ਪਾਰਟਨਰਸ਼ਿਪ ਟੁੱਟ ਨਾ ਜਾਵੇ। ਹੁਣ ਇਹ ਜਦੋਂ ਹੋਇਆ ਤਾਂ ਤੁਹਾਨੂੰ ਕੀ ਦਿਖ ਰਿਹਾ ਆਉਣ ਵਾਲੇ ਫਿਊਚਰ 'ਚ, ਇਹਦਾ ਕਿਵੇਂ ਦਾ ਅਸਰ ਜਾਂ ਕਹਿ ਲਓ ਲਿਬਰਲਸ ਤੇ ਜਾਂ ਜਸਟਿਨ ਟਰੂਡੋ ਤੇ ਖੁਦ ਤੇ ਕਿਵੇਂ ਦਾ ਹੋ ਸਕਦਾ? ਦੇਖੋ, ਵੈਸੇ ਤਾਂ ਇਲੈਕਸ਼ਨਸ ਜਿਹੜੀਆਂ ਹੈਗੀਆਂ ਬਣਦੀਆਂ ਤਾਂ 2025 ਦੇ ਵਿੱਚ ਹੈ, ਪਰ ਕਿਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ। ਮੇਨ ਸਟ੍ਰੀਮ ਮੀਡੀਆ ਦੇ ਵਿੱਚ ਹਰ ਪਾਸੇ ਡਿਸਕਸ਼ਨ ਹੋ ਰਹੀ ਹੈ ਵੀ ਤੁਸੀਂ ਇਸ ਗੱਲ ਤੇ ਹੈਰਾਨ ਨਾ ਹੋਇਓ ਜੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜਾਂ ਆਉਣ ਵਾਲੇ 1 ਸਾਲ ਦੇ ਵਿੱਚ ਕਿਤੇ ਇਲੈਕਸ਼ਨਸ ਡਿਕਲੇਅਰ ਹੋ ਜਾਣ, ਕਿਉਂਕਿ ਹੁਣ ਇਸ ਵੇਲੇ ਜਿਹੜਾ ਅਪੋਜੀਸ਼ਨ ਹੈਗੀ ਆ ਉਹਦੇ ਹਮਲੇ ਵੀ ਤੇਜ਼ ਹੋਣੇ ਆ। ਸਭ ਤੋਂ ਪਹਿਲਾਂ ਜਿਹੜੀ ਹੈਗੀ ਆ, ਲੋਕਾਂ ਦੀ ਹੁਣ ਇੱਕ ਨਿਗਾਹ ਲੱਗੀ ਹੋਊਗੀ, ਜਿੰਨਾ ਮੀਡੀਆ ਹੋ ਗਿਆ ਜਾਂ ਜਿੰਨੀਆਂ ਵੀ ਏਜੰਸੀਜ਼ ਹੋ ਗਈਆਂ, ਉਹਨਾਂ ਦਾ ਜ਼ੋਰ ਇਸ ਗੱਲ ਤੇ ਲੱਗਿਆ ਹੋਊਗਾ ਕਿ ਇਹਦੇ ਪਿੱਛੇ ਦੇ ਕਾਰਨ ਲੱਭੇ ਜਾਣ, ਕਿਉਂਕਿ ਪਬਲਿਕਲੀ ਇਸ ਚੀਜ਼ ਦੇ ਕਾਰਨ ਕਿਤੇ ਵੀ ਨਸ਼ਰ ਨਹੀਂ ਕੀਤੇ ਗਏ। ਬਿਲਕੁਲ ਇਸ ਚੀਜ਼ ਦੇ ਵਿੱਚ ਪ੍ਰਾਈਮ ਮਿਨਿਸਟਰ ਆਫਿਸ ਜਿਹੜਾ ਹੈਗਾ, ਉਹ ਪ੍ਰਾਈਮ ਮਿਨਿਸਟਰ ਦੇ ਪਿੱਛੇ ਖੜਾ ਹੋਇਆ ਦਿਖ ਰਿਹਾ ਹੈ। ਉਹਨਾਂ ਨੇ ਜਿਹੜੀ ਸਟੇਟਮੈਂਟ ਹੈਗੀਆਂ, ਉਹ ਬੜੀਆਂ ਸਦੀਆਂ ਹੋਈਆਂ ਸਟੇਟਮੈਂਟ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਜਾਰੀ ਹੋਈਆਂ। ਪਰ ਦੂਸਰੇ ਪਾਸੇ ਜੇ ਦੇਖਿਆ ਜਾਏ, ਅਪੋਜੀਸ਼ਨ ਜਿਹੜੀ ਹੈਗੀ ਉਹ ਇਹ ਮੌਕੇ ਨੂੰ ਕਦੇ ਗਵਾਊਗੀ ਨਹੀਂ। ਤੇ ਗਵਰਨਮੈਂਟ ਦੀ ਇਸ ਵੇਲੇ ਸਥਿਤੀ ਜਿਹੜੀ ਹੈਗੀ ਉਹ ਆਪਾਂ ਸਾਰੇ ਜਾਣਦੇ ਹਾਂ, ਉਹਦੇ ਤੋਂ ਕੋਈ ਬੰਦਾ ਅਣਜਾਣ ਨਹੀਂ ਹੈ। ਦੇਸ਼ ਇਸ ਵੇਲੇ ਕਿੰਨਾ ਚੈਲੰਜਸ ਨੂੰ ਫੇਸ ਕਰ ਰਿਹਾ। ਹਰ ਪਾਸੇ ਮਹਿੰਗਾਈ ਦਾ ਬੋਲਬਾਲਾ ਹੈ, ਹਾਊਸਿੰਗ ਦੀ ਪ੍ਰੋਬਲਮ ਹੈਗੀ ਹੈ, ਐਜੂਕੇਸ਼ਨ ਨੂੰ ਲੈ ਕੇ, ਹੈਲਥ ਸਿਸਟਮ ਨੂੰ ਲੈ ਕੇ। ਤਾਂ ਇਹਨਾਂ ਚੀਜ਼ਾਂ ਦੇ ਚੱਲਦਿਆਂ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਇਲੈਕਸ਼ਨ ਹੋ ਜਾਣ, ਇਸ ਚੀਜ਼ ਦੇ ਅੰਦਾਜ਼ੇ ਲਗਾਏ ਜਾ ਰਹੇ ਆ। ਪਰ ਜੇ ਇਲੈਕਸ਼ਨ ਹੁੰਦਾ ਤਾਂ ਇਹਦੇ ਉੱਤੇ ਮੈਨੂੰ ਤਾਂ ਇਹ ਲੱਗਦਾ ਕਿ ਟਰੂਡੋ ਸਾਹਿਬ ਨੂੰ ਤੇ ਲਿਬਰਲਸ ਨੂੰ ਇਸ ਪਰਟੀਕੂਲਰ ਘਟਨਾ ਦਾ ਖਮਿਆਜ਼ਾ ਤਾਂ ਭੁਗਤਣਾ ਪਏਗਾ। ਜੀ, ਬਹੁਤ ਧੰਨਵਾਦ ਜਤਿੰਦਰ ਜੀ। ਤੇ ਬਾਰ-ਬਾਰ ਇਹ ਗੱਲ ਹੋ ਰਹੀ ਹੈ ਕਿ ਇਲੈਕਸ਼ਨ ਆ ਸਕਦੀ ਹੈ ਜਾਂ ਟਰੂਡੋ ਕਿਹੋ ਜਿਹੇ ਪ੍ਰਾਈਮ ਮਿਨਿਸਟਰ ਨੇ, ਇਹਦੀ ਹੀ ਚਰਚਾ ਹੁਣ ਮੈਨੂੰ ਲੱਗਦਾ ਅੱਗੇ ਵੀ ਹੋਣੀ ਚਾਹੀਦੀ ਹੈ। ਰੈਦਰ ਦੈਨ ਉਹ ਆਪਣੇ ਰਿਸ਼ਤੇ ਕਿਵੇਂ ਦੇ ਨਿਭਾਉਂਦੇ ਨੇ,
ਇਸ ਬਾਰੇ ਚਰਚਾ ਹੋਣੀ ਚਾਹੀਦੀ ਹੈ ਕਿ ਉਹ ਆਪਣੀ ਪੋਸਟ ਨੂੰ ਕਿੰਨੀ ਚੰਗੀ ਤਰ੍ਹਾਂ ਜਸਟੀਫਾਈ ਕਰ ਰਹੇ ਨੇ ਜਾਂ ਨਹੀਂ ਕਰ ਰਹੇ ਜਾਂ ਕਰ ਪਾਉਣਗੇ, ਕਿਉਂਕਿ ਦੇਸ਼ ਨੂੰ ਇਹਦੇ ਨਾਲ ਫਰਕ ਨਹੀਂ ਪਏਗਾ। ਤੇ ਇੱਕ ਆਖਰੀ ਗੱਲ, ਜੇ ਉਹਨਾਂ ਦੀਆਂ ਸਟੇਟਮੈਂਟਸ ਇੰਨੀਆਂ ਵਧੀਆ ਜਾਂ ਇੰਨੀਆਂ ਸੁਲਝੀਆਂ ਹੋਈਆਂ ਹੋ ਸਕਦੀਆਂ ਨੇ ਕਿ ਤੁਸੀਂ ਸਾਨੂੰ ਹਜੇ ਵੀ ਇਕੱਠਿਆਂ ਦੇਖੋਗੇ, ਅਸੀਂ ਆਪਣੇ ਬੱਚਿਆਂ ਦੀ ਕੋ-ਪੈਰੈਂਟਿੰਗ ਤਰੀਕੇ ਨਾਲ ਕਰਾਂਗੇ, ਅਸੀਂ ਇੱਕ ਵਕੇਸ਼ਨ ਤੇ ਵੀ ਇਕੱਠੇ ਜਾਵਾਂਗੇ, ਤਾਂ ਸ਼ਾਇਦ ਸਾਨੂੰ ਵੀ ਥੋੜ੍ਹੇ ਇੱਕ ਵਧੀਆ ਲੈਵਲ ਤੇ ਹੀ ਇਹਨਾਂ ਚੀਜ਼ਾਂ ਦੀ ਡਿਸਕਸ਼ਨ ਕਰਨੀ ਚਾਹੀਦੀ ਹੈ। ਇਸੇ ਆਸ ਨਾਲ ਤੁਹਾਡੇ ਤੋਂ ਵਿਦਾ ਲੈਂਦੇ ਹਾਂ।